वापस लो, वापस लो। किसान विरोधी कानून वापस लो, वापस लो, वापस लो। अबानी अडानी दलाली बंद करो, बंद करो, बंद करो। काले कानून रद्द करो, रद्द करो, रद्द करो। देश विरोधी कानून रद्द करो, रद्द करो, रद्द करो। किसान विरोधी कानून नहीं सहांगे, नहीं सहांगे, नहीं सहांगे। अबानिया अडानिया की दलाली नहीं सहांगे, नहीं सहांगे, नहीं सहांगे। कारपोरेट की दलाली बंद करो, बंद करो, बंद करो। किसान विरोधी काले कानून रद्द करो, रद्द करो, रद्द करो, काले कानून रद्द करो, रद्द करो, रद्द करो। किसान एकता जिंदाबाद, 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 लोक एकता जिंदाबाद, जिंदाबाद, जिंदाबाद। काले कानून रद्द करो, रद्द करो, रद्द करो। अबानी अडानी नहीं चलेगा, नहीं चलेगा, नहीं चलेगा। लोक एकता जिंदाबाद, 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 किसान एकता जिंदाबाद, जिंदाबाद, जिंदाबाद। काले कानून रद्द करो, रद्द करो, रद्द करो। मोदी शाह शर्म करो, शर्म करो। डूब मरो, डूब मरो। किसान एकता जिंदाबाद, 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 लोक एकता जिंदाबाद, 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 किसान एकता जिंदाबाद, जिंदाबाद, जिंदाबाद। काले कानून रद्द रद्द करो, करो, रद्द करो, काले कानून रद्द रद्द करो, करो, रद्द करो। मोदी शाह करो, डूब मरो, डूब मरो। मोदी शाह शर्म शर्म करो, करो, शर्म करो। मोदी शाह शर्म शर्म करो, करो, शर्म करो। शर्म नहीं तो डूब डूब मरो, मरो, डूब मरो। लोक एकता जिंदाबाद, 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 किसान एकता जिंदाबाद, 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 किसान एकता जिंदाबाद, जिंदाबाद, जिंदाबाद। काले कानून रद्द करो। ਪੰਜਾਬ ਟੈਲੀਵਿਜ਼ਨ ਟੋਰਾਂਟੋ ਲਈ ਚੰਡੀਗੜ੍ਹ 17 ਸੈਕਟਰ ਤੋਂ ਸੁਸ਼ੀਲ ਦੋਸਾਂਝ। ਇਸ ਵਕਤ ਇੱਥੇ ਲੇਖਕਾਂ ਦਾ ਧਰਨਾ ਚੱਲ ਰਿਹਾ। ਲੇਖਕ, ਬੁੱਧੀਜੀਵੀ, ਨਾਟਕਕਾਰ ਚੰਡੀਗੜ੍ਹ ਦੇ ਨੇੜੇ ਤੇੜੇ ਦੇ ਉਹ ਸਾਰੇ ਇੱਥੇ ਇਕੱਠੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ। ਇਹ ਲੇਖਕ, ਇਹ ਰੰਗਕਰਮੀ ਦਿੱਲੀ ਵੀ ਜਾ ਕੇ ਆਏ ਆ, ਫਿਰ ਵੀ ਇਹਨਾਂ ਨੇ ਦਿੱਲੀ ਜਾਣਾ, ਪਰ ਅੱਜ ਇੱਕ ਸੰਕੇਤਕ ਜਿਹਾ ਧਰਨਾ ਇਹਨਾਂ ਨੇ ਰੱਖਿਆ ਸੀ ਚੰਡੀਗੜ੍ਹ ਦੇ 17 ਸੈਕਟਰ 'ਚ। ਇੱਥੇ ਸਾਡੇ ਨਾਲ ਨੇ ਸਾਡੇ ਨੌਜਵਾਨ ਆਗੂ ਕਮਲਜੀਤ ਜੀ, ਜਿਹੜੇ ਹੁਣੇ ਬੋਲ ਕੇ ਵੀ ਹਟੇ ਨੇ। ਅਤੇ ਕਮਲਜੀਤ ਜੀ, ਤੁਸੀਂ ਪਹਿਲੇ ਦਿਨ ਤੋਂ ਹੀ ਇਸ ਅੰਦੋਲਨ ਨਾਲ ਜੁੜੇ ਹੋਏ ਹੋ, ਵੱਖ ਵੱਖ ਤਰੀਕਿਆਂ ਦੇ ਨਾਲ ਦਿੱਲੀ ਵੀ ਜਾ ਕੇ ਆਏ ਹੋ, ਅਤੇ ਤੁਸੀਂ ਹੁਣ ਤੱਕ ਦਾ ਜਿਹੜਾ ਅੰਦੋਲਨ ਹੈ ਇਹਦੀਆਂ ਹਿਸਟੋਰੀਕਲ ਜਿਹੜੀਆਂ ਪ੍ਰਾਪਤੀਆਂ ਕੀ ਸਮਝਦੇ ਹੋ? ਦੇਖੋ, ਮੈਂ ਇਹ ਸਮਝਦਾ ਕਿ ਪੰਜਾਬ ਦੇ ਅੰਦਰ ਇਹ ਅੰਦੋਲਨ ਆਪਣੇ ਆਪ 'ਚ ਇੱਕ ਹਿਸਟੋਰੀਕਲ ਹੀ ਘਟਨਾ ਹੈ। ਐਡਾ ਵੱਡਾ ਯੂਨਿਟੀ ਪੰਜਾਬ ਦੇ ਪਿੰਡਾਂ ਦੀ, ਪੰਜਾਬ ਦੇ ਲੋਕਾਂ ਦੀ, ਅਸੀਂ ਇਸ ਤੋਂ ਪਹਿਲਾਂ ਆਪਣੀ ਸੋਝੀ 'ਚ ਕਦੀ ਨਹੀਂ ਦੇਖੀ। ਅਤੇ ਜਿਸ ਕਿਸਮ ਦਾ ਇਸ ਅੰਦੋਲਨ ਨੇ ਦੂਜਿਆਂ ਦਾ ਧਿਆਨ ਖਿੱਚਿਆ, ਮਤਲਬ ਦੇਸ਼ ਭਰ ਦੇ ਵਿੱਚ ਇਸ ਵੇਲੇ ਮੈਨੂੰ ਨਹੀਂ ਲੱਗਦਾ ਕਿ ਛੱਡ ਕੇ ਬੀਜੇਪੀ ਨੂੰ ਹੋਰ ਕਿਸੇ ਨੇ ਕੋਈ ਸਿੱਧਾ ਵਿਰੋਧ ਜਿਹੜਾ ਹੈਗਾ ਇਸ ਅੰਦੋਲਨ ਦਾ ਕਿਤੇ ਕੀਤਾ ਹੋਵੇ। ਬੀਜੇਪੀ ਬਹੁਤ ਜ਼ੋਰ ਲਾ ਰਹੀ ਹੈ, ਉਹਦੇ ਜਿਹੜੇ ਕਹਿ ਲਓ ਹਮਾਇਤੀ ਨੇ ਅਡਾਨੀ ਅੰਬਾਨੀ, ਉਹਨਾਂ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਦੀ ਨੌਬਤ ਉਹਨਾਂ 'ਤੇ ਆ ਗਈ ਵੀ ਕਰੋੜਾਂ ਰੁਪਏ ਲਾ ਕੇ ਉਹਨਾਂ ਨੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਨੇ। ਜਿਹੜਾ ਉਹਨਾਂ ਦਾ ਨੈਟਵਰਕ ਹੁੰਦਾ ਸੀ ਪਹਿਲਾਂ ਵੀ ਉਹਨਾਂ ਨੇ RSS ਦੇ ਰਾਹੀਂ ਪ੍ਰਚਾਰ ਦਾ ਮਾਹੌਲ ਬਣਾ ਦੇਣਾ, ਉਹ ਐਤਕੀ ਬਿਲਕੁਲ ਨਹੀਂ ਚੱਲ ਸਕਿਆ ਕਿਉਂਕਿ ਉਹ ਪ੍ਰਚਾਰ ਉਹਨਾਂ ਦਾ ਕੋਈ ਕੈਰੀ ਨਹੀਂ ਹੋ ਰਿਹਾ। ਸੋ ਇਸ ਲਿਹਾਜ਼ ਨਾਲ ਇਹ ਅੰਦੋਲਨ ਆਪਣੇ ਆਪ ਦੇ ਵਿੱਚ ਇਤਿਹਾਸਕ ਹੈ। ਦੂਜਾ ਜਿਹੜਾ ਮੈਨੂੰ ਲੱਗਿਆ ਵੀ ਪੰਜਾਬ ਦੇ ਅੰਦਰ ਬੜੇ ਲੰਬੇ ਸਮੇਂ ਦਾ ਦਬਿਆ ਹੋਇਆ ਇੱਕ ਸਾਡੇ ਅੰਦਰ ਡਿਸਕੰਟੈਂਟ ਇੱਕ ਸੀ। ਡਿਸਕੰਟੈਂਟ ਕਾਹਦਾ ਸੀ? ਸਾਡੀ ਨੌਜਵਾਨੀ ਬੇਰੁਜ਼ਗਾਰੀ ਦੀ ਮਾਰ ਚੱਲ ਰਹੀ ਸੀ, ਸਾਨੂੰ ਵਿਦੇਸ਼ਾਂ ਨੂੰ ਜਾਣਾ ਪੈ ਰਿਹਾ ਸੀ, ਸਾਨੂੰ ਨਸ਼ਿਆਂ ਦੀ ਮਾਰ ਜਿਹੜੀ ਹੈਗੀ ਆ ਉਹ ਅਸੀਂ ਝੱਲ ਰਹੇ ਸੀਗੇ, ਅਤੇ ਖੇਤੀ ਜਿਹੜੀ ਹੈ ਸਾਡੀ ਬਹੁਤ ਬੁਰੇ ਤਰੀਕੇ ਦੇ ਡੂੰਘੇ ਸੰਕਟ ਦੇ ਵਿੱਚ ਸੀ। ਖੇਤ ਮਜ਼ਦੂਰ ਜਿਹੜਾ ਹੈਗਾ ਸਾਡਾ ਉਹ ਬਹੁਤ ਭੈੜੇ ਕਿਸਮ ਦੇ ਸੰਕਟ ਨੂੰ ਜਿਉ ਰਿਹਾ ਸੀ ਲੰਬੇ ਸਮੇਂ ਤੋਂ। ਉਹ ਸਾਰਾ ਡਿਸਕੰਟੈਂਟ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਐਂ ਕਹਿ ਲਓ ਵੀ ਉਹ ਦਬਦਾ ਉਹ ਬਰੂਦ ਜਿਹੜਾ ਹੈ ਨਾ ਇਸ ਲੈਵਲ ਦੇ ਉੱਤੇ ਆ ਕੇ ਫਟ ਗਿਆ। ਨੌਜਵਾਨ ਜਿਹੜਾ ਹੁਣ 21 ਸਾਲ ਦੇ 19 18 ਸਾਲ ਦੇ ਨੌਜਵਾਨਾਂ ਦਾ ਜੋ ਲਾ ਮਿਸਾਲ ਅਸੀਂ ਦੇਖ ਰਹੇ ਹਾਂ, ਉੱਥੇ ਨੂੰ ਜਿਹੜਾ ਉਹਨਾਂ ਦੇ ਵਿੱਚ ਮਾਹੌਲ ਬਣਿਆ ਵੀ ਅਸੀਂ ਸਿੰਘੂ ਬਾਰਡਰ ਜਾਣਾ, ਅਸੀਂ ਉੱਥੇ ਜਾਣਾ ਰੈਗੂਲਰ। ਮਤਲਬ ਮੈਂ ਤੁਹਾਨੂੰ ਘਟਨਾ ਦੱਸਦਾ ਵੀ ਅਸੀਂ ਇੱਥੇ ਇੱਕ ਮੀਟਿੰਗ, ਜਿਹੜੀ ਪਹਿਲੀ ਮੀਟਿੰਗ ਅਸੀਂ ਇੱਥੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਕੀਤੀ ਇਸ ਅੰਦੋਲਨ ਨੂੰ ਲੈ ਕੇ, ਉਹ ਗੱਲ ਹੈ 22 ਤਰੀਕ ਦੀ, 22 ਨਵੰਬਰ ਦੀ। 25 ਨਵੰਬਰ ਦਾ ਸਾਡਾ ਬੰਦ ਸੀ। ਅਸੀਂ 22 ਨਵੰਬਰ ਨੂੰ ਇੱਕ ਪਿੰਡ 'ਚ ਮੀਟਿੰਗ ਕਰਨ ਗਏ ਅਤੇ ਗੁਰੂ ਘਰ 'ਚ ਅਸੀਂ ਆਵਾਜ਼ ਮਾਰ ਕੇ ਇਕੱਠੇ ਕਰ ਲਏ ਸਾਰੇ, ਤਾਂ ਸਾਰੇ ਨੌਜਵਾਨ ਆਏ। ਅਤੇ ਮੈਂ ਉੱਥੇ ਬੋਲਦੇ ਹੋਏ ਕਿਹਾ, ਮੈਂ ਕਿਹਾ ਵੀ ਨੌਜਵਾਨੋਂ ਤੁਹਾਡੇ 'ਚੋਂ ਤਾਂ ਕਿਸੇ ਨੇ ਸ਼ਾਇਦ ਕਦੀ ਧਰਨੇ ਦੇ ਵਿੱਚ ਸ਼ਮੂਲੀਅਤ ਨਾ ਕੀਤੀ ਹੋਵੇ, ਇਸ ਕਰਕੇ ਪਹਿਲੀ ਵਾਰੀ ਹੋ ਸਕਦਾ ਤੁਸੀਂ ਇਸ ਅੰਦੋਲਨ ਬਾਰੇ ਗੱਲ ਕਰ ਰਹੇ ਹੋ। ਤਾਂ ਇੱਕ ਨੌਜਵਾਨ ਨੇ ਹੱਥ ਖੜਾ ਕੀਤਾ, ਕਹਿੰਦਾ ਜੀ ਮੈਂ ਗਿਆ। ਅਸੀਂ ਕਿਹਾ ਜੀ ਤੂੰ ਕਿੱਥੇ ਗਿਆ ਸੀ? ਕਹਿੰਦਾ ਪਿਛਲੇ ਦਿਨੀ ਮੈਂ ਫੇਸਬੁੱਕ ਦੇ ਉੱਤੇ ਚੈੱਕ ਕੀਤਾ ਵੀ ਸਭ ਤੋਂ ਨੇੜੇ ਧਰਨਾ ਕਿੱਥੇ ਲੱਗ ਰਿਹਾ ਕਿਸਾਨਾਂ ਦਾ, ਉਹ ਪਟਿਆਲੇ ਲੱਗ ਰਿਹਾ ਸੀ। ਪਟਿਆਲਾ ਇੱਥੋਂ 90 ਕਿਲੋਮੀਟਰ ਪੈਂਦਾ, ਅਸੀਂ 5 ਜਣੇ ਟਰੈਕਟਰ 'ਤੇ ਚੜ੍ਹ ਕੇ ਉੱਥੇ ਗਏ ਸੀ। ਸੋ ਇੱਕਦਮ ਸਾਨੂੰ ਸਟਰਾਈਕ ਕੀਤਾ ਵੀ ਇਹ ਮਾਮਲਾ ਬਹੁਤ ਡੂੰਘਾ ਹੈ।
ਜੇ ਨੌਜਵਾਨ ਫੇਸਬੁੱਕ ਦੇ ਉੱਤੇ ਅੰਦੋਲਨ ਦਾ ਧਰਨੇ ਦਾ ਐਡਰੈਸ ਪੜ੍ਹ ਕੇ ਉੱਥੇ ਪਹੁੰਚ ਰਹੇ ਨੇ 90 ਕਿਲੋਮੀਟਰ ਟਰੈਕਟਰ ਤੇ ਜਾ ਕੇ, ਤਾਂ ਇਹ ਮਾਮਲਾ ਹੁਣ ਛੋਟਾ ਨਹੀਂ। ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਜਦੋਂ ਨੌਜਵਾਨ ਉੱਥੇ ਤੁਰ ਪਏ, ਗਾਇਕਾਂ ਨੇ ਵੀ ਯੋਗਦਾਨ ਪਾਇਆ, ਸਭ ਨੇ ਬਹੁਤ ਕਈ ਕਿਸਮ ਦੇ ਯੋਗਦਾਨ ਇਹਦੇ ਵਿੱਚ ਆਏ, ਲੇਕਿਨ ਜਿਹੜੀ ਮੁਹਰੈਲ ਇੱਕ ਫੋਰਸ ਬਣ ਕੇ ਨੌਜਵਾਨ ਜਿਸ ਤਰੀਕੇ ਨਾਲ ਇਸ ਮਾਮਲੇ 'ਚ ਉਤਰੇ, ਜਿਵੇਂ ਬਾਰਡਰ ਤੋੜੇ ਨੌਜਵਾਨਾਂ ਨੇ, ਉਹ ਸਾਰਾ ਲਾਮਿਸਾਲ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਸਮਝ ਲਓ ਵੀ ਨਵਾਂ ਵਾਪਰ ਰਿਹਾ, ਨਵਾਂ ਵਰਤਾਰਾ ਹੈ ਪੰਜਾਬ ਦੇ ਅੰਦਰ। ਨਵਾਂ ਵਰਤਾਰਾ ਪੰਜਾਬ ਦੇ ਅੰਦਰ। ਕਮਲਜੀਤ ਜੀ, ਇੱਕ ਗੱਲ ਦੱਸੋ, ਜਦੋਂ ਸ਼ੁਰੂਆਤੀ ਜਿਹੜੇ ਦਿਨ ਸੀਗੇ ਇੱਦਾਂ ਪੇਸ਼ ਕੀਤਾ ਗਿਆ, ਖਾਸ ਤੌਰ 'ਤੇ ਅਖੌਤੀ ਕਿਸਮ ਦਾ ਜਿਹਨੂੰ ਕੌਮੀ ਮੀਡੀਆ ਕਿਹਾ ਜਾ ਰਿਹਾ ਵੀ ਇਹ ਤਾਂ ਜੀ ਪੰਜਾਬ ਦੇ ਕੁਝ ਲੋਕ ਹੈ, ਬੈਠਣਗੇ 5-7 ਦਿਨ ਚਲੇ ਜਾਣਗੇ, ਪਰ ਹੁਣ ਤੁਹਾਨੂੰ ਨਹੀਂ ਲੱਗਦਾ ਹੈ ਕਿ ਅੰਦੋਲਨ ਨੇ ਇੱਕ ਵਿਸ਼ਾਲ ਕੈਨਵਸ ਸਿਰਜ ਦਿੱਤਾ ਹੈ ਅਤੇ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ ਤਾਂ ਆ ਹੀ ਗਏ ਸੀ, ਪੱਛਮੀ ਉੱਤਰ ਪ੍ਰਦੇਸ਼ ਵੀ ਆ ਗਿਆ। ਹੁਣ ਮੈਂ ਖਬਰ ਦੇਖ ਰਿਹਾ ਸੀ ਮਹਾਰਾਸ਼ਟਰ, ਨਾਸਿਕ ਤੋਂ ਮਤਲਬ ਹਜ਼ਾਰਾਂ ਕਿਸਾਨ ਜਿਹੜੇ ਆ ਜਥੇ ਦੇ ਰੂਪ ਦੇ ਵਿੱਚ ਤੁਰੇ ਹੋਏ ਆ। ਸੋ ਇਸ ਦੇਸ਼ ਵਿਆਪੀ ਅੰਦੋਲਨ ਨੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸਮ ਦੇ ਨਵੇਂ ਰੁਝਾਨ ਪੈਦਾ ਕਰਨੇ ਆ, ਜਾਂ ਇਸ ਅੰਦੋਲਨ ਤੋਂ ਬਾਅਦ ਕਿਸ ਕਿਸਮ ਦੇ ਕੁਝ ਹੋਰ ਨਵੇਂ ਅੰਦੋਲਨ ਉੱਠਣ ਦੀਆਂ ਭਾਰਤ ਦੇ ਵਿੱਚ ਸੰਭਾਵਨਾਵਾਂ? ਦੇਖੋ, ਦੋ ਚੀਜ਼ਾਂ ਦਾ ਟੋਕਨਿਜ਼ਮ ਜਿਹੜਾ ਹੈਗਾ ਉਹ ਬੜਾ ਜ਼ਬਰਦਸਤ ਲੰਬੇ ਸਮੇਂ ਤੋਂ ਬਣਿਆ ਹੋਇਆ ਸੀ। ਇੱਕ ਤਾਂ ਇਹ ਵੀ ਅੰਦੋਲਨ ਹੋਊਗਾ, ਅਸੀਂ 150, 200, 400 ਲੋਕ ਜਾਵਾਂਗੇ, ਉੱਥੇ ਨਾਅਰੇ ਮਾਰਾਂਗੇ, ਵੱਡੀਆਂ ਗੱਲਾਂ ਕਰਾਂਗੇ, ਘਰ ਨੂੰ ਮੁੜ ਆਵਾਂਗੇ। ਇਹ ਟੋਕਨਿਜ਼ਮ ਸੀ, ਬੜੇ ਲੰਬੇ ਸਮੇਂ ਤੋਂ ਅਸੀਂ ਇਹਦਾ ਸ਼ਿਕਾਰ ਸੀ। ਦੂਜਾ, ਪੋਲੀਟਿਕਸ ਦੇ ਵਿੱਚ ਵੀ ਚੰਗੀਆਂ ਗੱਲਾਂ ਕਰਨੀਆਂ ਹੀ ਹੁੰਦੀਆਂ ਨੇ, ਲੇਕਿਨ ਫਾਈਨਲੀ ਤਾਂ ਦੇਖੋ ਜੀ, ਪੋਲੀਟਿਕਸ ਉਹ ਫਲਾਣਾ ਆਪਣਾ ਚਾਚਾ ਭਾਜਪਾ 'ਚ ਕੰਮ ਕਰਦਾ, ਫਲਾਣਾ ਤਾਇਆ ਅਕਾਲੀ ਦਲ 'ਚ ਕੰਮ ਕਰਦਾ, ਨਾਲ ਤਾਂ ਤੁਰਨਾ ਹੀ ਪੈਣਾ। ਇਹ ਦੋਨੋਂ ਕਿਸਮ ਦੇ ਟੋਕਨਿਜ਼ਮ ਇਸ ਅੰਦੋਲਨ ਨੇ ਰੱਦ ਕਰਤੇ। ਅੱਜ ਅੰਦੋਲਨ ਦੇ ਉੱਤੇ ਲੋਕ ਜਾਂਦੇ ਨੇ, ਉਹ ਕਹਿੰਦੇ ਵੀ ਬੈਠਾਂਗੇ, ਕਾਨੂੰਨ ਵਾਪਸ ਹੋਊਗਾ ਤਾਂ ਮੁੜਾਂਗੇ, ਨਹੀਂ ਮੁੜਦੇ ਨਹੀਂ, ਚਾਹੇ ਮਰਦੀ ਮਰ ਜਾਾਂਗੇ, ਮੁੜਦੇ ਨਹੀਂ। ਇਹ ਟੋਕਨਿਜ਼ਮ ਖਤਮ ਹੋ ਗਿਆ। ਦੂਜਾ, ਰਵਾਇਤੀ ਪਾਰਟੀਆਂ, ਇਹਨਾਂ ਨੇ ਜਿਹੜਾ ਇੱਥੇ 17 ਸੈਕਟਰ 'ਚ ਆਪਾਂ ਖੜ੍ਹੇ ਹਾਂ, ਇੱਥੇ ਪੱਤਰਕਾਰਾਂ ਦਾ ਇੱਕ ਇਕੱਠ ਸੀਗਾ 8 ਤਰੀਕ ਦੇ ਬੰਦ ਦੇ ਉੱਤੇ। ਉੱਥੇ ਬਿਕਰਮ ਮਜੀਠੀਆ, ਬਲਵੀਰ ਸਿੰਘ ਸਿੱਧੂ ਇੱਥੇ ਮੰਤਰੀ ਹੈਗਾ ਸਾਡੇ ਲੋਕਲ ਇੱਥੇ ਮੋਹਾਲੀ ਜ਼ਿਲ੍ਹੇ ਦਾ, ਅਤੇ ਇੱਕ ਜਾਖੜ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ, ਇਹ ਤਿੰਨੋਂ ਆ ਕੇ ਧਰਨੇ ਦੇ ਵਿੱਚ ਪਿੱਛੇ ਖੜ੍ਹੇ ਹੋ ਗਏ, ਅਤੇ ਸਟੇਜ ਸੈਕਟਰੀ ਨੇ 2 ਵਾਰੀ ਇਹਨਾਂ ਦਾ ਨਾਂ ਲੈ ਕੇ ਥੋੜ੍ਹਾ ਐਕਨੋਲਜ ਕਰਤਾ ਵੀ ਯਾਰ ਇਹ ਵੀ ਆਏ ਨੇ, ਚਲੋ ਸਵਾਗਤ ਹੈ ਇਹਨਾਂ ਦਾ ਵੀ। ਅਤੇ ਥੱਲੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਮੂੰਹ ਦੇ ਉੱਤੇ ਨਾਅਰੇ ਲੱਗੇ ਵੀ ਨੀਲੇ ਬਗਲੇ ਚਿੱਟੇ ਮੋਰ, ਇਹ ਵੀ ਚੋਰ ਉਹ ਵੀ ਚੋਰ, ਅਤੇ ਦੋਨਾਂ ਨੂੰ ਰਾਹ ਨਹੀਂ ਸੀ ਦਿਖਾਇਆ, ਤਿੰਨਾਂ ਨੂੰ। ਉੱਥੋਂ ਅਕਾਲੀ ਦਲ ਦਾ ਵੀ ਸੀਗਾ ਖੜਾ ਅਤੇ ਕਾਂਗਰਸ ਦਾ ਵੀ। ਸੋ ਰਵਾਇਤੀ ਕਿਸਮ ਦਾ ਜਿਹੜਾ ਲੋਕਾਂ ਨੇ ਲਿਹਾਜ਼ ਰੱਖੀ ਹੋਈ ਸੀ ਨਾ ਵੀ ਚਲੋ ਲੀਡਰ ਹੁੰਦੇ ਨੇ, ਮੂੰਹ 'ਤੇ ਨਹੀਂ ਕਹਿਣਾ ਹੁੰਦਾ, ਰਿਸਪੈਕਟ ਹੁੰਦੀ ਹੈ, ਉਹ ਸਾਰੀ ਇਸ ਅੰਦੋਲਨ ਨੇ ਲਪੇਟ ਕੇ ਪਾਸੇ ਧਰਤੀ। ਲੋਕ ਕਹਿੰਦੇ ਨਵੇਂ ਸਿਰੇ ਤੋਂ ਆਗੂ ਦੇਖਾਂਗੇ, ਨਵੇਂ ਸਿਰੇ ਤੋਂ ਪਾਰਟੀਆਂ ਬਣਨਗੀਆਂ, ਨਵੇਂ ਸਿਰੇ ਤੋਂ ਸਿਆਸਤ ਹੋਊਗੀ। ਸੋ ਇਹ ਟੋਕਨਿਜ਼ਮ ਹਰ ਕਿਸਮ ਦਾ ਖਤਮ ਹੋ ਗਿਆ। ਇਹੀ ਅਸੀਂ ਕਹਿ ਰਹੇ ਹਾਂ ਕਿ ਇਹ ਲੋਕ ਲਹਿਰ ਹੈ, ਇਹ ਬਹੁਤ ਵੱਡੀ ਲੋਕ ਲਹਿਰ ਹੈ, ਅਤੇ ਇਹ ਇਨਕਲਾਬੀ ਤਬਦੀਲੀ ਲਿਆ ਰਹੀ ਹੈ। ਇਨਕਲਾਬੀ ਤਬਦੀਲੀ ਮੈਂ ਇਸ ਕਰਕੇ ਕਹਿ ਰਿਹਾ ਕਿ ਸਾਰੀ ਦੀ ਸਾਰੀ ਰਾਜਨੀਤੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਇਹ ਚੇਂਜ ਹੋਏਗੀ। ਇਹ ਰਵਾਇਤੀ ਪਾਰਟੀਆਂ ਵੀ ਟਿਕਣ ਨਹੀਂ ਸਕਣਗੀਆਂ, ਘੱਟੋ ਘੱਟ ਪੰਜਾਬ 'ਚ ਤਾਂ ਨਹੀਂ, ਅਤੇ ਨਾ ਹੀ ਰਵਾਇਤੀ ਲੀਡਰ ਟਿਕ ਸਕੇਗਾ ਕੋਈ। ਇਸੇ ਗੱਲ ਨੂੰ ਮੈਂ ਅੱਗੇ ਤੋਰ ਕੇ ਪੁੱਛਣਾ ਚਾਹੁੰਦਾ ਕਿ ਖਾਸ ਤੌਰ 'ਤੇ ਪੰਜਾਬ ਦਾ ਪੋਲੀਟੀਕਲ ਸੀਨ ਜਿੱਦਾਂ ਬਦਲਿਆ, ਭਵਿੱਖ ਜਿਹੜਾ 2022 ਨੂੰ ਦੇਖ ਕੇ ਸਾਰੀਆਂ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅੰਦੋਲਨ ਦਾ ਨਾਂ ਲੈ ਕੇ ਆਪਣੇ ਆਪਣੇ ਢੰਗ ਨਾਲ ਲੱਗੀਆਂ ਹੋਈਆਂ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦਾ ਭਵਿੱਖ ਦਾ ਰਾਜਨੀਤਿਕ ਸੀਨ ਕੀ ਹੋਣ ਵਾਲਾ ਹੈ? ਦੇਖੋ, ਇੱਕ ਚੀਜ਼ ਲੋਕਾਂ ਦੇ ਵਿੱਚ ਬੜੀ ਪੋਪੂਲਰ ਹੋ ਗਈ ਹੈ ਇਸ ਵੇਲੇ ਕਿ ਇਹ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ, ਜਿੰਨੀਆਂ ਮਤਲਬ ਜਿਹੜੀਆਂ ਰਾਜ ਕਰਦੀਆਂ ਰਹੀਆਂ ਨੇ ਇੱਥੇ, ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਨੇ, ਸਾਰੀਆਂ ਇਹਨਾਂ ਕਾਨੂੰਨਾਂ ਦੇ ਮੁੱਢਲੇ ਤੌਰ 'ਤੇ ਹੱਕ 'ਚ ਸੀ। ਜਿਵੇਂ ਹਰਸਿਮਰਤ ਬਾਦਲ ਨੇ ਬਕਾਇਦਾ ਵੀਡੀਓ ਪਾ ਕੇ ਇਹਨਾਂ ਕਾਨੂੰਨਾਂ ਦੀ ਤਾਰੀਫ ਜਿਹੜੀ ਹੈਗੀ ਉਹ ਪਬਲਿਕਲੀ ਕੀਤੀ। ਉਸ ਤੋਂ ਬਾਅਦ ਜਾਣੀ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਅਕਾਲੀ ਦਲ 'ਚੋਂ ਉੱਥੋਂ ਭਾਜਪਾ ਦੀ ਮੰਤਰੀ ਮੰਡਲ 'ਚੋਂ ਅਸਤੀਫਾ ਦਿੱਤਾ। ਇਸੇ ਤਰ੍ਹਾਂ ਕਾਂਗਰਸ ਅੱਜ ਕਹਿ ਰਹੀ ਹੈ ਵੀ ਅਸੀਂ ਲੋਕਾਂ ਦੀ ਪਿੱਠ ਦੇ ਉੱਤੇ ਖੜ੍ਹੇ ਹਾਂ। ਰਾਜਾ ਕਹਿ ਰਿਹਾ ਮੈਂ ਤਾਂ ਲੋਕਾਂ ਦੇ ਨਾਲ ਹੈ, ਅਸੈਂਬਲੀ ਬੁਲਾ ਕੇ ਮਤਾ ਵੀ ਪਾਸ ਕਰਤਾ, ਸਾਰਾ ਕੁਝ ਹੋ ਗਿਆ, ਲੇਕਿਨ ਇਹਦੇ ਬਾਵਜੂਦ ਇਸ ਗੱਲ ਦਾ ਕੈਪਟਨ ਕੋਲ ਕੋਈ ਜਵਾਬ ਨਹੀਂ ਹੈਗਾ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਸਮਝੌਤਾ ਜਿਹੜਾ ਕਾਂਗਰਸ ਕਰਕੇ ਆਈ ਹੈ, LPG ਪਾਲਿਸੀ ਜਿਹੜੀ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਜਿਹੜੀ ਹੈ, ਜਿਹਦੇ ਵਿੱਚ ਦੇਸ਼ ਨੂੰ ਨਰੜਿਆ ਇਹਨਾਂ ਨੇ, ਅਤੇ ਜਿਹੜਾ ਹਾਲਤ ਦੇਸ਼ ਦੇ ਵਿੱਚ ਜਿਹੜਾ ਆਰਥਿਕ ਲਿਬਰਲਾਈਜੇਸ਼ਨ ਦਾ ਇਹਨਾਂ ਨੇ ਪੈਦਾ ਕੀਤਾ, ਉਹਦਾ ਕੋਈ ਜਵਾਬ ਨਹੀਂ ਉਹਨਾਂ ਕੋਲ। ਉਹ ਕਿਵੇਂ ਅੱਜ ਇਸ ਕਿਹੜੇ ਮੂੰਹ ਨਾਲ ਇਹ ਗੱਲ ਕਹਿ ਦੇਣਗੇ ਵੀ ਅਸੀਂ ਅਡਾਨੀਆਂ ਬਾਨੀਆਂ ਨੂੰ ਇੱਥੇ ਹਿੰਦੁਸਤਾਨ 'ਚ ਵੜਨ ਦਿੰਦੇ। ਇਹ ਤੇ ਆਪ ਕਾਰਪੋਰੇਟਾਂ ਨੂੰ ਲਿਆਉਂਦੇ ਰਹੇ ਨੇ ਘਰਾਣਿਆਂ ਨੂੰ, ਇਹ ਆਪ ਨਿੱਜੀਕਰਨ ਕਰਦੇ ਰਹੇ ਨੇ। ਡਿਸਇਨਵੈਸਟਮੈਂਟ ਮਿਨਿਸਟਰੀ ਜੇ ਹਿੰਦੁਸਤਾਨ ਦੇ ਵਿੱਚ ਬਣੀ ਸੀਗੀ ਤਾਂ ਕਿਹਦੇ ਰਾਜ ਦੇ ਵਿੱਚ ਬਣੀ ਸੀ? ਕੌਣ ਨਹੀਂ ਜਾਣਦਾ ਵੀ ਕਾਂਗਰਸ ਦੇ ਰਾਜ 'ਚ ਬਣੀ ਸੀ। ਸੋ ਇਹਨਾਂ ਕਿਸੇ ਵੀ ਪਾਰਟੀ ਕੋਲ ਆਪਣੀ ਗੱਲ ਨੂੰ ਜਸਟੀਫਾਈ ਕਰਨ ਦਾ ਕੋਈ ਵਜ੍ਹਾ ਨਹੀਂ ਹੈ। ਇਹ ਸਿਰਫ ਇਮੋਸ਼ਨਲ ਅਪੀਲਸ ਇਸ਼ੂ ਕਰ ਰਹੇ ਨੇ ਵੀ ਕਿਸਾਨੀ ਬਹੁਤ ਦੁੱਖ 'ਚ ਹੈ, ਅਸੀਂ ਕਿਸਾਨ ਦੇ ਨਾਲ ਹਾਂ, ਕਿਸਾਨ ਖੁਸ਼ਹਾਲ ਹੈ ਤਾਂ ਪੰਜਾਬ ਖੁਸ਼ਹਾਲ ਹੈ। ਇਹ ਇਮੋਸ਼ਨਲ ਅਪੀਲਾਂ ਨੇ। ਪ੍ਰਿੰਸੀਪਲ ਪੋਜੀਸ਼ਨ ਦੇ ਉੱਤੇ ਹਾਲੇ ਤੱਕ ਇਹ ਕੋਈ ਆਪਣੀ ਸਟੈਂਡ ਜਿਹੜਾ ਹੈਗਾ ਸਪਸ਼ਟ ਨਹੀਂ ਕਰ ਸਕੇ। ਕਵੇ ਕਾਂਗਰਸ ਵੀ ਅਸੀਂ ਗਲਤ ਕੀਤਾ, WTO ਸਾਈਨ
ਕਰਕੇ? ਕਵੇ ਕਾਂਗਰਸ ਵੀ ਅਸੀਂ ਅੱਜ ਤੱਕ ਜਿਹੜੀ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਕੀਤੀ ਉਹ ਗਲਤ ਸੀਗੀ? ਕਵੇ ਸਾਫ਼-ਸਾਫ਼ ਕਹੇ ਉਹ ਵੀ ਅਸੀਂ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਜਿਹੜਾ ਹੈਗਾ ਜਿੰਨਾ ਕਾਰਪੋਰੇਟ ਘਰਾਣਿਆਂ ਨੂੰ ਦਖਲਅੰਦਾਜ਼ੀ ਮਿਲੀ ਹੈ, ਰੇਲਵੇ ਵਿੱਚ ਆ, BSNL ਵਿੱਚ ਆ, ਜਿੰਨੇ ਅਦਾਰੇ ਵਿੱਚ ਨੇ ਸਾਰੇ ਦੇ ਸਾਰੇ ਵਾਪਸ ਅਸੀਂ ਸਰਕਾਰੀਕਰਨ ਕਰਾਂਗੇ, ਫਿਰ ਕੌਮੀਕਰਨ ਕਰਾਂਗੇ, ਪ੍ਰਾਈਵੇਟ ਸਕੂਲ ਐਜੂਕੇਸ਼ਨ ਦਾ ਕੌਮੀਕਰਨ ਕਰਾਂਗੇ, ਪ੍ਰਾਈਵੇਟ ਹਸਪੀਟਲ ਜਿੰਨੇ ਇਹਨਾਂ ਨੇ ਵੱਡੇ ਵੱਡੇ ਬਣਾਏ ਉਹਨਾਂ ਦਾ ਕੌਮੀਕਰਨ ਕਰਾਂਗੇ, ਜਿਹੜੀ ਟਰਾਂਸਪੋਰਟ ਬਾਦਲਾਂ ਨੇ ਖੜੀ ਕੀਤੀ ਇੱਥੇ ਪ੍ਰਾਈਵੇਟ ਉਹਦਾ ਕੌਮੀਕਰਨ ਕਰਾਂਗੇ, ਕਰਨ ਸਾਰੇ ਕਾਸੇ ਦਾ ਸਰਕਾਰੀਕਰਨ ਕਰਾਂਗੇ। ਫਿਰ ਸਮਝ ਆਊਗੀ ਲੋਕਾਂ ਨੂੰ ਵੀ ਇਹ ਸਹੀ ਮਾਇਨੇ ਦੇ ਵਿੱਚ ਕਾਰਪੋਰੇਟ ਦੇ ਖਿਲਾਫ ਹੈ ਨੇ ਕਿ ਨਹੀਂ। ਆਖਰੀ ਸਵਾਲ ਹੈ ਕਿ ਜਿਸ ਸਿਖਰ ਤੇ ਇਹ ਅੰਦੋਲਨ ਹੈ, ਇਹ ਅੰਦੋਲਨ 'ਚ ਹੁਣ ਅਸੀਂ ਜੋ ਦੇਖ ਰਹੇ ਹਾਂ ਹਾਲੇ ਤੱਕ ਵੀ ਸਰਕਾਰ ਜਿਹੜੀ ਹੈ ਨਰਿੰਦਰ ਮੋਦੀ ਜਾਂ ਉਹਦੇ ਮੰਤਰੀ ਸੰਤਰੀ ਜੋ ਕੁਝ ਕਹਿ ਰਹੇ ਆ ਕਿ ਨਹੀਂ ਇਹ ਕਾਨੂੰਨ ਤਾਂ ਵਾਪਸ ਨਹੀਂ ਹੋਣੇ, ਯਾਨੀ ਇੱਕ ਡੈਡਲੌਕ ਜਿਹਾ ਬਣਿਆ ਹੋਇਆ। ਚਿੱਠੀ ਵੀ ਜਿਹੜੀ ਭੇਜੀ ਆ ਵੀ ਆਪਾਂ ਫਿਰ ਗੱਲਬਾਤ ਕਰਦੇ, ਉਹ ਪੁਰਾਣੀ ਚਿੱਠੀ ਆ, ਕੋਈ ਨਵੀਂ ਚੀਜ਼ ਨਹੀਂ ਹੈ। ਤੁਹਾਨੂੰ ਇਸ ਅੰਦੋਲਨ ਨੂੰ ਹੁਣ ਕਿੱਥੇ ਜਾਂਦਾ ਇਹ ਅੰਦੋਲਨ ਤੁਹਾਨੂੰ ਦਿਖਾਈ ਦੇ ਰਿਹਾ, ਇਹਦਾ ਭਵਿੱਖ ਕੀ ਹੈ ਇਸ ਅੰਦੋਲਨ ਦਾ? ਦੇਖੋ, ਜਿਹੜਾ ਮੋਡ ਅਸੀਂ ਅੰਦੋਲਨ ਦਾ ਚੁਣਿਆ ਉਹ ਅਸੀਂ ਇਹ ਮੋਡ ਚੁਣਿਆ ਵੀ ਅਸੀਂ ਟਰੈਕਟਰਾਂ ਨਾਲ ਟਰਾਲੀਆਂ ਘੜੀਸ ਕੇ ਉੱਥੇ ਜਾ ਕੇ ਪੜਾ ਕਰ ਲਿਆ। ਹੁਣ ਟਰਾਲੀਆਂ ਉੱਥੇ ਟਿਕ ਕੇ ਸਾਡੀਆਂ ਬਹਿ ਗਈਆਂ। ਉਹ ਟਰਾਲੀਆਂ ਸਾਡੇ ਤੁਸੀਂ ਸਮਝ ਲਓ ਵੀ ਜਿਵੇਂ ਜ਼ਮੀਨਦੋਜ਼ ਬੰਕਰ ਹੁੰਦੇ ਨੇ ਨਾ ਫੌਜ ਦੇ, ਸਾਡੇ ਇਹ ਓਵਰਗਰਾਊਂਡ ਬੰਕਰ ਨੇ, ਅਸੀਂ ਬੰਕਰਾਂ 'ਚ ਬੈਠੇ ਹਾਂ। ਸੋ ਉੱਥੋਂ ਤਾਂ ਅਸੀਂ ਮੁੜਦੇ ਨਹੀਂ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦਾ। ਇੱਕ ਗੱਲ ਬਹੁਤ ਸਪਸ਼ਟ ਹੈ। ਜੇ ਰਹੀ ਗੱਲ ਸਰਕਾਰ ਦੀ ਪੋਜੀਸ਼ਨ ਦੀ, ਦੇਖੋ ਆਪਾਂ ਉਸ ਗੱਲ ਨੂੰ ਬਹੁਤ ਸਪਸ਼ਟ ਕਰ ਲਈਏ। ਬਹੁਤ ਸਾਰਾ ਭੁਲੇਖਾ ਸਰਕਾਰ ਖੜਾ ਕਰਨਾ ਚਾਹੁੰਦੀ ਹੈ ਲੋਕਾਂ 'ਚ ਵੀ ਸਰਕਾਰ ਨੇ ਇਹ ਸ਼ੋਅ ਕੀਤਾ ਵੀ ਅਸੀਂ 9 ਪੁਆਇੰਟ ਇਹਨਾਂ ਦੀ ਗੱਲਬਾਤ 'ਚੋਂ ਛਾਂਟੇ ਨੇ, ਜਿਹਦੇ 'ਚੋਂ 5 ਪੁਆਇੰਟ ਪ੍ਰਪੋਜ਼ਲ ਬਣਾ ਕੇ ਉਹਨਾਂ ਨੇ ਸਾਡੇ ਕੋਲ ਭੇਜਿਆ ਵੀ ਆਹ ਚੀਜ਼ਾਂ ਦੇ ਉੱਤੇ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ। ਅਤੇ ਉਹਨਾਂ ਨੇ ਕਿਹਾ ਵੀ ਇਹ ਉਹੀ 5 ਚੀਜ਼ਾਂ ਨੇ ਜਿਹੜੀਆਂ ਤੁਹਾਡੇ ਜਿਹੜੇ ਬਹਿਸ ਤੁਹਾਡੇ ਆਗੂਆਂ ਦੀ ਬਹਿਸ ਹੈ ਉਹਦੇ 'ਚੋਂ ਅਸੀਂ ਪੁਆਇੰਟ ਨੋਟ ਕੀਤੇ ਨੇ ਅਤੇ ਉਹਨਾਂ ਨੋਟਾਂ ਦੇ ਉੱਤੇ ਆਧਾਰ ਦੇ ਉੱਤੇ ਹੀ ਅਸੀਂ ਇਹ ਅਮੈਂਡਮੈਂਟਾਂ ਲਈ ਰੈਡੀ ਹੋ ਗਏ ਹਾਂ। ਲੇਕਿਨ ਸੱਚਾਈ ਇਹ ਹੈ ਉਹ 5 ਪੁਆਇੰਟ ਬੁਨਿਆਦੀ ਹੈ ਹੀ ਨਹੀਂ। ਬੁਨਿਆਦੀ ਗੱਲ ਕੀ ਹੈ? ਬੁਨਿਆਦੀ ਗੱਲ ਇਹ ਹੈ ਕਿ ਕਾਰਪੋਰੇਟ ਦਾ ਦਾਖਲਾ ਹੋਊਗਾ ਕਿ ਨਹੀਂ ਹੋਊਗਾ। ਕਾਨੂੰਨ ਆਇਆ ਕਾਰਪੋਰੇਟ ਦਾ ਦਾਖਲਾ ਖੇਤੀ ਦੇ ਵਿੱਚ ਨਿੱਜੀ ਖਰੀਦ ਸ਼ੁਰੂ ਕਰਵਾਉਣ ਵਾਸਤੇ, ਪ੍ਰਾਈਵੇਟ ਮੰਡੀ ਪੈਦਾ ਕਰਨ ਵਾਸਤੇ। ਅਸੀਂ ਕਹਿ ਰਹੇ ਹਾਂ ਪ੍ਰਾਈਵੇਟ ਮੰਡੀ ਨਹੀਂ ਅਲਾਉ ਕਰਨੀ। ਸੋ ਉਹ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਕਿ ਪ੍ਰਾਈਵੇਟ ਮੰਡੀ ਕਿਵੇਂ ਅਲਾਉ ਕਰੀਏ। ਅਸੀਂ ਗੱਲ ਕਰਨਾ ਚਾਹ ਰਹੇ ਹਾਂ ਪ੍ਰਾਈਵੇਟ ਮੰਡੀ ਨਹੀਂ ਅਲਾਉ ਕਰਨੀ। ਸੋ ਨਹੀਂ ਅਲਾਉ ਕਰਨੀ ਤੇ ਕਿਵੇਂ ਅਲਾਉ ਕਰਨੀ ਦੇ ਵਿੱਚ ਜ਼ਮੀਨ ਦਾ ਅਸਮਾਨ ਦਾ ਅੰਤਰ ਹੈ। ਇਹਨੂੰ ਕੋਈ ਐ ਵੀ ਸਮਝ ਸਕਦਾ ਵੀ ਸ਼ੇਰ ਕਹਿੰਦਾ ਜੰਗਲ ਦੇ ਜਾਨਵਰਾਂ ਦੇ ਨਾਲ ਬੈਠ ਕੇ ਸਮਝੌਤਾ ਕਰ ਲਓ, ਰੋਜ਼ ਤੁਸੀਂ ਆਪਣੀ ਮਰਜ਼ੀ ਨਾਲ ਇੱਕ ਜਾਨਵਰ ਮੇਰੇ ਕੋਲ ਭੇਜ ਦਿਆ ਕਰੋ। ਮਤਲਬ ਉਹ ਨਿਯਮ ਬਣਾਉਣਾ ਚਾਹੁੰਦਾ ਵੀ ਜ਼ੁਲਮ ਤਾਂ ਮੈਂ ਜਾਰੀ ਰੱਖੂੰਗਾ, ਤੁਸੀਂ ਨਿਯਮ ਕਾਨੂੰਨ ਮੇਰੇ ਨਾਲ ਬੈਠ ਕੇ ਤੈਅ ਕਰ ਲਓ। ਅਸੀਂ ਕਹਿ ਰਹੇ ਹਾਂ ਅਸੀਂ ਇਹ ਜ਼ੁਲਮ ਨਹੀਂ ਹੋਣ ਦੇਣਾ। ਅਸੀਂ ਖੇਤੀ ਸਾਡੀ ਨਹੀਂ ਬਚੇਗੀ ਜੇ ਕਾਰਪੋਰੇਟ ਕੰਪਨੀਆਂ ਖੇਤੀ ਦੇ ਵਿੱਚ ਦਾਖਲ ਹੋ ਗਈਆਂ। ਖੇਤੀ ਨਹੀਂ ਬਚ ਸਕਦੀ। ਇਹ ਕਹਿੰਦੇ ਨੇ ਕਿਸਾਨ ਦੀ ਆਮਦਨ ਦੁੱਗਣੀ ਹੋਊਗੀ। ਮੈਂ ਕਹਿੰਦਾ ਜਿਹੜੇ ਕਿਸਾਨ ਬਚਣਗੇ ਉਹਨਾਂ ਦੀ ਆਮਦਨ ਚਾਹੇ 20 ਗੁਣਾ ਕਰ ਦਿਓ ਤੁਸੀਂ, ਲੇਕਿਨ ਬਚੂਗਾ ਕੌਣ? ਬਚੂਗਾ ਉਹ ਜਿਹਦੇ ਕੋਲ 100 200 ਕਿੱਲਾ ਹੋਊਗਾ ਜਾਂ ਜਿਹਦੇ ਕੋਲ 500 1000 ਕਿੱਲਾ ਦੇ ਕਲੈਕਸ਼ਨ ਕਰਨ ਦੀ, ਉਹਨਾਂ ਨਾਲ ਕੰਟਰੈਕਟ ਫਾਰਮਿੰਗ ਕਰਨ ਦੀ ਯੋਗਤਾ ਹੋਊਗੀ। ਅਸੀਂ ਹੈਗੇ 74% ਸਾਡੀ ਕਿਸਾਨੀ 5 ਕਿੱਲੇ ਤੋਂ ਥੱਲੇ ਹੈ। ਅਸੀਂ 1.5 ਕਿੱਲੇ ਵਾਲਾ ਕਿਸਾਨ ਬਾਰੇ ਸੋਚਣਾ ਹੈ, ਅਸੀਂ 2 ਕਿੱਲੇ ਵਾਲੇ ਕਿਸਾਨ ਬਾਰੇ ਸੋਚਣਾ ਹੈ। ਇਸ ਕਰਕੇ ਕਾਰਪੋਰੇਟ ਦਾ ਦਾਖਲਾ ਕਿਸੇ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਕਾਨੂੰਨ ਰੱਦ ਹੋਣੇ ਹੀ ਪੈਣਗੇ। ਦੂਜਾ, ਇਹ ਕਾਨੂੰਨ ਅਨਕਨਸਟੀਟਿਊਸ਼ਨਲ ਨੇ। ਅਨਕਨਸਟੀਟਿਊਸ਼ਨਲ ਇਸ ਕਰਕੇ ਸਰਕਾਰ ਕੋਲ ਖੇਤੀ ਖੇਤਰ ਦੇ ਵਿੱਚ ਸਟੇਟ ਦਾ ਸਬਜੈਕਟ ਹੈ, ਕੇਂਦਰ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ। ਇਹਨਾਂ ਨੇ ਚੋਰ ਮੋਰੀ ਬਣੀ ਕਿ ਅਸੀਂ ਫਾਰਮ ਪ੍ਰੋਡਿਊਸ ਦੇ ਉੱਤੇ ਲਾਅ ਬਣਾ ਰਹੇ ਹਾਂ, ਲੇਕਿਨ ਜਦੋਂ ਉਹ ਫਾਰਮ ਦੀ ਗੱਲ ਆ ਗਈ ਫਿਰ ਉਹ ਚਾਹੇ ਪ੍ਰੋਡਿਊਸ ਹੋਵੇ, ਫਾਰਮ ਤੋਂ ਫਾਰਮ ਦੀ ਪ੍ਰੋਡਿਊਸ ਨੂੰ ਕਿਵੇਂ ਐਡ ਕਰਕੇ ਦੇਖ ਲਓਗੇ ਤੁਸੀਂ? ਮੂਰਖ ਕਿਹਨੂੰ ਬਣਾ ਰਹੇ ਨੇ ਇਹ? ਸੋ ਇਹ ਸਾਡੇ ਫੈਡਰਲ ਸਟਰਕਚਰ ਦੇ ਉੱਤੇ ਵੀ ਹਮਲਾ ਹੈ। ਇਸ ਕਰਕੇ ਅਨਕਨਸਟੀਟਿਊਸ਼ਨਲ ਲਾਅ ਨੇ, ਅਸੀਂ ਇਹਨਾਂ ਦੇ ਰੱਦ ਕੀਤੇ ਬਿਨਾਂ ਗੁਜ਼ਾਰਾ ਨਹੀਂ ਸਾਡਾ। ਇਹ ਗੈਰ ਸੰਵਿਧਾਨਕ ਕਾਨੂੰਨ ਬਣਾਏ ਗਏ ਨੇ, ਸੂਬਿਆਂ ਦੇ ਅਧਿਕਾਰ ਖੇਤਰ ਨੂੰ ਲੰਘ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ। ਕਮਲਜੀਤ ਹੋਰਾਂ ਨੇ ਬੜਾ ਸਪਸ਼ਟ ਇਹ ਸਾਰੀਆਂ ਗੱਲਾਂ ਕੀਤੀਆਂ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਮੈਂ ਸੁਸ਼ੀਲ ਦੋਸਾਂਝ, ਚੰਡੀਗੜ੍ਹ 17 ਸੈਕਟਰ ਤੋਂ, ਕੈਮਰੇ ਤੇ ਕਮਲ ਦੋਸਾਂਝ, ਸ਼ੁਕਰੀਆ। ਸਰਕਾਰ ਬਾਰ-ਬਾਰ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਅਸੀਂ ਜਿੱਦ ਤੋਂ ਪਿੱਛੇ ਹਟੇ ਆ, ਅਸੀਂ ਕਾਨੂੰਨ 'ਚ ਸੋਧਾਂ ਲਈ ਤਿਆਰ ਹੋ ਗਏ ਆ। ਕਿਸਾਨ ਲੀਡਰ ਜਿੱਦ ਦੇ ਉੱਤੇ ਅੜੇ ਹੋਏ ਨੇ। ਇਹ ਸੱਚਾਈ ਨਹੀਂ ਹੈ ਦੋਸਤੋ। ਅਸੀਂ ਜਿੱਦ ਤੇ ਨਹੀਂ ਅੜੇ ਹੋਏ। ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਕਾਨੂੰਨ ਤੁਸੀਂ ਉੱਥੋਂ ਲੈ ਕੇ ਆਂਦਾ, ਇਹ ਕਾਨੂੰਨ ਕੇਵਲ ਤੇ ਕੇਵਲ ਕਾਰਪੋਰੇਟ ਦੇ ਦਾਖਲੇ ਦਾ ਕਾਨੂੰਨ ਹੈ। ਕਿਸਾਨਾਂ ਵਾਸਤੇ ਕਾਨੂੰਨ ਹੀ ਨਹੀਂ ਹੈ। ਇਹਦੇ ਵਾਸਤੇ, ਕਿਸਾਨਾਂ ਵਾਸਤੇ ਇਹਦੇ ਵਿੱਚ ਕੁਝ ਹੈ ਹੀ ਨਹੀਂ। ਸੋ ਇਸ ਕਰਕੇ ਇਸ ਕਾਨੂੰਨ ਨੂੰ ਮੁੱਢੋਂ ਰੱਦ, ਕੋਈ ਸੌਦਾ ਨਹੀਂ। ਤੁਸੀਂ ਇਹਦੇ 'ਚ ਸੌਦਾ ਕਰਕੇ ਸਾਡੇ ਨਾਲ ਕਰਨਾ ਕੀ ਚਾਹੁੰਦੇ ਹੋ? ਤੁਸੀਂ ਕਹਿਣਾ ਚਾਹੁੰਦੇ ਹੋ ਕਿ ਬੈਠ ਕੇ ਸਾਡੇ ਨਾਲ ਤੈਅ ਕਰੋ ਕਿ ਕਾਰਪੋਰੇਟ ਦਾ ਦਾਖਲਾ ਕਿਵੇਂ ਹੋਵੇ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕਾਰਪੋਰੇਟ ਦਾ ਦਾਖਲਾ ਨਹੀਂ ਹੋਏਗਾ। ਕਿਵੇਂ ਦਾ ਸਵਾਲ ਨਹੀਂ ਹੈ, ਨਹੀਂ ਹੋਣ ਦਾ ਸਵਾਲ ਹੈ। ਇਸ ਕਰਕੇ ਕੋਈ ਜਿੱਦ ਨਹੀਂ, ਸਿਧਾਂਤਕ ਪੋਜੀਸ਼ਨ ਹੈ। ਦੇਸ਼ ਦੇ ਜੀਵਨ ਮੌਤ ਦਾ ਸਵਾਲ ਹੈ ਕਿ ਇਹ ਕਾਨੂੰਨ ਰੱਦ ਕਰਨੇ ਹੀ ਪੈਣਗੇ ਸਰਕਾਰ ਨੂੰ। ਸੋ ਇੰਨੇ ਸ਼ਬਦ ਕਹਿੰਦੇ ਹੋਏ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਇਸੇ ਤਰੀਕੇ ਨਾਲ ਆਪਾਂ ਡਟੇ ਰਹਿਣਾ। ਪਿਛਲੇ ਦਿਨਾਂ 'ਚ ਆਪਣੇ ਚੰਡੀਗੜ੍ਹ ਤੇ ਮੋਹਾਲੀ ਇਲਾਕੇ ਦੇ ਵਿੱਚ ਬਕਾਇਦਾ ਕਿਸਾਨ ਜਥੇਬੰਦੀ ਖੜੀ ਹੋਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਆਪਾਂ ਬਕਾਇਦਾ ਇੱਕ ਕਿਸਾਨੀ ਦੇ ਸੰਘਰਸ਼ ਦੇ ਕੇਂਦਰ ਦੇ ਤੌਰ ਦੇ ਉੱਤੇ ਚੰਡੀਗੜ੍ਹ ਤੇ ਮੋਹਾਲੀ ਨੂੰ ਸਾਰਾਂਗੇ। ਨਹੀਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਇਨਕਲਾਬ ਜਿੰਦਾਬਾਦ। ਨੇ ਪੁੱਤ ਕਿਸਾਨਾਂ ਦਾ ਕੀ ਹਾਲ ਹੈ? ਫਿਰ ਉਹ ਦੱਸਦੀਆਂ ਨੇ ਕਿ ਇਹ ਕਿਸਾਨ ਨਹੀਂ ਪਿੱਛੇ ਹਟਦੇ, ਇਹ ਤਾਂ ਕੁਰਬਾਨੀਆਂ ਦੇ ਦੇਣਗੇ, ਇਹ ਨਹੀਂ ਪਿੱਛੇ ਹਟਦੇ। ਜਦ ਉਹ ਦਾਦੀਆਂ ਮੈਨੂੰ ਇਦਾਂ ਦੀਆਂ ਗੱਲਾਂ ਕਰਦੀਆਂ
ਕਰਦੀਆਂ ਨੇ ਫਿਰ ਜੋਸ਼ ਭਰਦਾ ਅੰਦਰ ਨੌਜਵਾਨਾਂ ਦੇ ਤੇ ਅੱਜ ਕੱਲਾ ਨੌਜਵਾਨ ਜਿਹੜਾ ਹੈਗਾ ਉਹ ਮੂਵਮੈਂਟ ਦੇ ਨਾਲ ਆ ਉਹ ਇਸ ਜਿਹੜੀ ਇਹ ਪੂਰੀ ਜਿਹੜੀ ਰੈਵੋਲੂਸ਼ਨ ਆ ਇੱਕ ਤਰ੍ਹਾਂ ਦੀ ਇਹਦੇ ਨਾਲ ਖੜਾ ਵਾ ਤੇ ਅਸੀਂ ਵੀ ਇਹ ਹਾਜ਼ਰੀ ਲਵਾਉਣ ਆਏ ਆ ਸਟੂਡੈਂਟਸ ਵੱਲੋਂ ਨੌਜਵਾਨਾਂ ਵੱਲੋਂ ਤੁਹਾਡੇ ਵਿੱਚ ਸਾਡੇ ਵੱਲੋਂ ਇਸ ਪੂਰੇ ਅੰਦੋਲਨ ਨੂੰ ਪੂਰਾ ਸਪੋਰਟ ਗਾ ਇਹ ਬਿਲਕੁਲ ਕਲੀਅਰ ਹੈ ਤੇ ਇਸ ਤੋਂ ਬਾਅਦ ਇੱਕ ਗੱਲ ਹੋਰ ਜਿਹੜੀ ਬਹੁਤ ਖਾਸ ਕਰਨੀ ਹੈ ਉਹ ਇਹ ਕਿ ਆਪਾਂ ਲਗਾਤਾਰ ਇਹ ਜਿਹੜੀ ਛੋਟੀਆਂ ਗੈਦਰਿੰਗਸ ਕਰ ਰਹੇ ਨੇ ਇਹ ਗੈਦਰਿੰਗਸ ਜਿਹੜੀ ਹੈ ਇਹ ਸਿੰਬੋਲਿਕ ਗੈਦਰਿੰਗ ਜਿਹਨੂੰ ਆਪਾਂ ਕਹਿ ਰਹੇ ਹਾਂ ਇਹ ਬੇਸਿਕਲੀ ਪੂਰੇ ਚੰਡੀਗੜ੍ਹ ਦਾ ਪੂਰੇ ਮੁਹਾਲੀ ਦਾ ਪੂਰੇ ਪੰਚਕੂਲਾ ਦਾ ਸਪੋਰਟ ਦਰਸਾਉਂਦਾ ਪੂਰੇ ਅੰਦੋਲਨ ਨੂੰ ਦਿੱਲੀ ਦੇ ਵਿੱਚ ਫੌਜਾਂ ਬੈਠੀਆਂ ਨੇ ਦਿੱਲੀ ਦੇ ਵਿੱਚ ਜੱਥੇ ਬੈਠੇ ਨੇ ਦਿੱਲੀ ਦੇ ਵਿੱਚ ਪੂਰਾ ਸੰਘਰਸ਼ ਚੱਲ ਰਿਹਾ ਤੇ ਨਾਲ ਹੀ ਸੰਘਰਸ਼ ਚੱਲ ਰਿਹਾ ਸਾਡਾ ਆਪਾਂ ਆਮ ਗੱਲਬਾਤ ਦੇ ਵਿੱਚ ਜਦ ਉਹਨਾਂ ਦੀ ਗੱਲ ਕਰਦੇ ਆ ਤੇ ਕਹਿੰਦੇ ਆ ਉਹ ਪਿੱਛੇ ਨਹੀਂ ਹਟਦੇ ਜਦ ਆਪਾਂ ਸਟੋਰੀ ਪਾਉਂਦੇ ਆ ਕਿ ਉਹ ਪਿੱਛੇ ਨਹੀਂ ਹਟਦੇ ਫਿਰ ਆਪਾਂ ਚਾਰ ਲੋਕਾਂ ਦੇ ਵਿੱਚ ਗੱਲ ਕਰਦੇ ਆ ਕਿ ਕਿਸਾਨ ਬਹੁਤ ਵਧੀਆ ਚੱਲ ਰਹੇ ਨੇ ਉਦੋਂ ਉਹਨਾਂ ਦਾ ਹੌਸਲਾ ਵੱਧਦਾ ਤੇ ਹੌਸਲਾ ਸਾਡਾ ਵੀ ਇਦਾਂ ਹੀ ਵੱਧਦਾ ਤੇ ਇਸੇ ਹੌਸਲੇ ਨੂੰ ਲੈ ਕੇ ਅਸੀਂ ਉਮੀਦ ਕਰਦੇ ਹਾਂ ਨੌਜਵਾਨ ਕਿ ਬਹੁਤ ਵਧੀਆ ਆਪਾਂ ਕਿਸੇ ਚੇਂਜ ਦੇ ਰਸਤੇ ਪਹੁੰਚਾਂਗੇ ਤੇ ਇਸੇ ਗੱਲ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਇਨਕਲਾਬ ਜ਼ਿੰਦਾਬਾਦ ਸਾਥੀਓ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।